हेलो एवरीवन, मैं जसवीर कौर ते जो साडा आज दा टॉपिक है वो है लीनियर कॉम्बिनेशन। लेट V be a vector space over a field F. If V1, V2, Vn belongs to V, then any element V written as alpha 1 V1 plus alpha 2 V2 plus up to so on alpha n Vn, where alpha i's belongs to F. n ਵੈਕਟਰਸ ਲਏ ਨੇ ਤੇ n ਸਕੇਲਰਸ ਨੇ ਅਲਫਾਸ ਕੀ ਨੇ ਇੱਥੇ ਸਕੇਲਰਸ ਨੇ ਜੋ ਅਸੀਂ ਫੀਲਡ ਚੋਂ ਲਏ ਆ ਤੇ ਉਹਨਾਂ ਨੂੰ ਕੰਬਾਈਨ ਕਰਕੇ ਇੱਕ ਫਾਰਮ ਆਈ ਆ ਤੇ ਕਿਸੇ ਐਲੀਮੈਂਟ v ਨੂੰ ਅਸੀਂ ਇਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਤਾਂ ਅਸੀਂ v ਨੂੰ ਕੀ ਕਹਾਂਗੇ? v ਕੈਨ ਬੀ ਰਿਟਨ ਐਜ਼ ਅ ਲੀਨੀਅਰ ਕੰਬੀਨੇਸ਼ਨ ਆਫ ਥੀਸ ਵੈਕਟਰਸ। ਤੇ ਇਸ ਫਾਰਮ ਨੂੰ ਜੇ ਅਸੀਂ ਸਮੇਸ਼ਨ ਚ ਲਿਖਣਾ ਹੈ ਤਾਂ ਉਹਨੂੰ ਕਿੱਦਾਂ ਲਿਖਾਂਗੇ? ਸਮੇਸ਼ਨ ਅਲਫਾ, ਕਿਉਂਕਿ ਅਲਫਾ ਤੇ ਵੀਜ਼ ਆ ਰਹੇ ਨੇ ਤਾਂ ਅਲਫਾ ਆਈ ਵੀ ਕਿਉਂਕਿ ਇਹਨਾਂ ਦਾ ਇੰਡੈਕਸ ਸਾਰਿਆਂ ਦਾ ਇੱਥੇ ਸੇਮ ਆ 1 1 2 2 n n। ਤਾਂ ਅਲਫਾ ਆਈ ਵੀ ਆਈ ਵੇਅਰ ਆਈ ਕਿੱਥੋਂ ਤੋਂ ਕਿੱਥੇ ਤੱਕ ਵੇਰੀ ਕਰ ਰਹੀ ਆ? ਆਈ 1 ਤੋਂ ਲੈ ਕੇ n ਤੱਕ ਵੇਰੀ ਕਰ ਰਹੀ ਆ। ਦੈਟ ਇਜ਼ ਸਮੇਸ਼ਨ ਅਲਫਾ ਆਈ ਵੀ ਆਈ ਵੇਅਰ ਆਈ ਵੇਰੀ ਫਰੋਮ 1 to n। ਇਸੇ ਲੀਨੀਅਰ ਕੰਬੀਨੇਸ਼ਨ ਤੇ ਇੱਕ ਇੱਥੇ ਇਹ ਕੁਐਸਚਨ ਆਉਂਦਾ ਕਿ ਜੋ ਅਸੀਂ ਐਨੀ ਐਲੀਮੈਂਟ ਲਿਆ ਵੀ ਕੀ ਉਹ ਇਸੇ ਵੈਕਟਰਸ ਦੇ ਵਿੱਚੋਂ ਆ ਰਿਹਾ ਵਾ? ਤਾਂ ਉਹਦਾ ਆਨਸਰ ਹੈ ਯੈਸ, ਕਿ ਇਹ ਜੋ ਅਸੀਂ ਇਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ ਕਿਸੇ ਐਲੀਮੈਂਟ ਨੂੰ ਤਾਂ ਉਹ ਐਲੀਮੈਂਟ ਇਸੇ ਚੋਂ ਆ ਰਿਹਾ। ਤੇ ਉਹਦੇ ਚ ਕਿਵੇਂ ਜਾ ਰਿਹਾ ਹੈਗਾ? ਦੋ ਪ੍ਰੋਪਰਟੀਜ਼ ਕਰਕੇ, ਕਿਉਂਕਿ ਵੀ ਵੈਕਟਰ ਸਪੇਸ ਹੈਗਾ ਤੇ ਸਕੇਲਰ ਮਲਟੀਪਲੀਕੇਸ਼ਨ ਐਂਡ ਪ੍ਰੋਪਰਟੀ ਆਫ ਐਡੀਸ਼ਨ ਦੇ ਕਾਰਨ ਇਹ ਐਲੀਮੈਂਟ ਵੀ ਇਸੇ ਵੈਕਟਰ ਸਪੇਸ ਚ ਜਾ ਰਿਹਾ ਹੈਗਾ। ਕਿਉਂਕਿ ਦੇਖੋ ਅਲਫਾ ਜੋ ਹੈ ਉਹ ਸਕੇਲਰਸ ਨੇ ਇਹਦੇ ਵਿੱਚ ਤੇ ਵੀ ਵੈਕਟਰ, ਇੱਕ ਸਕੇਲਰ ਤੇ ਇੱਕ ਵੈਕਟਰ ਦੀ ਮਲਟੀਪਲੀਕੇਸ਼ਨ ਕਿਹਦੇ ਵਿੱਚ ਜਾਏਗੀ? ਵੈਕਟਰਸ ਦੇ ਸੈੱਟ ਦੇ ਵਿੱਚ। ਦੈਟ ਮੀਨਸ ਆ ਸਾਰੇ ਕਿਹਦੇ ਐਲੀਮੈਂਟ ਬਣ ਰਹੇ ਨੇ? ਵੈਕਟਰਸ ਦੇ ਬਣ ਰਹੇ ਨੇ, ਵੈਕਟਰਸ ਬਣ ਰਹੇ ਨੇ। ਤਾਂ ਇਹਨਾਂ ਦੀ ਐਡੀਸ਼ਨ ਕਰਾਂਗੇ ਵੈਕਟਰਸ ਦੀ ਤਾਂ ਵੈਕਟਰ ਸਪੇਸ ਹੋਣ ਕਰਕੇ ਐਡੀਸ਼ਨ ਦੀ ਪ੍ਰੋਪਰਟੀ ਹੋਣ ਕਰਕੇ ਇਹ ਵੈਕਟਰ ਦੇ ਵਿੱਚ ਹੀ ਜਾਏਗੀ, ਵੈਕਟਰ ਵਾਲੇ ਸੈੱਟ ਦੇ ਵਿੱਚ ਜਾਏਗੀ V ਦੇ ਵਿੱਚ। That means V is also an element of a vector space which can be written as a linear combination of n vectors of V। ਤੇ ਲੀਨੀਅਰ ਕੰਬੀਨੇਸ਼ਨ ਜੋ ਹੈ, ਜੇ ਅਸੀਂ ਸਕੇਲਰਸ ਡਿਫਰੈਂਟ ਸਕੇਲਰਸ ਲਵਾਂਗੇ ਤਾਂ ਸਾਡੇ ਕੋਲ ਡਿਫਰੈਂਟ ਲੀਨੀਅਰ ਕੰਬੀਨੇਸ਼ਨਸ ਆਈ ਜਾਣਗੇ। ਇਹਦੀ ਐਗਜ਼ਾਮਪਲ ਕਰਦੇ ਹਾਂ ਕਿ ਐਗਜ਼ਾਮਪਲ ਕਿਸ ਤਰੀਕੇ ਦੇ ਨਾਲ ਕੁਐਸਚਨਸ ਆਉਂਦੇ ਨੇ ਇਹਦੇ ਲੀਨੀਅਰ ਕੰਬੀਨੇਸ਼ਨ ਦੇ। ਫॉर एग्जांपल ਸਾਡੇ ਕੋਲ ਵੈਕਟਰ ਸਪੇਸ ਹੈ V3R, ਮੀਨਸ ਕਿ ਸਾਡੇ ਕੋਲ ਫੀਲਡ ਹੈ ਰੀਅਲ ਨੰਬਰ ਸੀ ਤੇ ਵੈਕਟਰ ਸਪੇਸ ਦੇ ਵਿੱਚ ਵੈਕਟਰਸ ਕਿਹੜੇ ਨੇ? ਟ੍ਰਿਪਲੇਟ ਆ ਰਹੇ ਨੇ V3। ਰਾਈਟ ਅ ਵੈਕਟਰ V ਐਜ਼ ਅ ਲੀਨੀਅਰ ਕੰਬੀਨੇਸ਼ਨ ਆਫ ਦਾ ਵੈਕਟਰਸ V1 ਐਂਡ V2। ਇਹਦੇ ਵਿੱਚ ਅਸੀਂ V ਵੈਕਟਰ ਨੂੰ ਇਹਨਾਂ ਦੋ ਵੈਕਟਰਸ ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਐਕਸਪ੍ਰੈਸ ਕਰਨਾ। ਮੀਨਸ ਕਿ ਸਾਡੇ ਕੋਲ ਕੀ ਚਾਹੀਦੇ ਹੈਗੇ? ਇਹਦੇ ਵਿੱਚ ਸਾਡੇ ਕੋਲ ਸਿਰਫ ਅਲਫਾ, ਕਿਉਂਕਿ ਦੋ ਵੈਕਟਰਸ ਨੇ ਤਾਂ ਦੋ ਸਕੇਲਰਸ ਹੋਣਗੇ ਅਲਫਾ 1 ਤੇ ਅਲਫਾ 2। ਸਕੇਲਰਸ ਲੈ ਲੈਣੇ ਇਹਦੇ ਵਿੱਚੋਂ ਅਲਫਾ 1 ਐਂਡ ਅਲਫਾ 2 ਦੋ ਸਕੇਲਰਸ ਲਏ ਨੇ। ਦੈਟ ਮੀਨਸ ਉਹ ਰੀਅਲ ਨੰਬਰ ਹੋਣਗੇ ਕਿਉਂਕਿ ਸਾਡੇ ਕੋਲ ਫੀਲਡ ਕੀ ਹੈ? ਰੀਅਲ ਨੰਬਰ ਸੀ। V ਨੂੰ ਲਿਖਣਾ ਹੈ V1 ਐਂਡ V2 ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ। ਸੋ V ਇਜ਼ ਇਕੁਅਲ ਟੂ ਅਲਫਾ 1 V1 ਪਲਸ ਅਲਫਾ 2 V2। ਇਹਦੇ ਵਿੱਚ ਸਾਨੂੰ ਸਿਰਫ ਸਕੇਲਰਸ ਚਾਹੀਦੇ ਨੇ, ਸੋ ਸਕੇਲਰ ਫਾਈਂਡ ਕਰਾਂਗੇ। ਸਾਡੇ ਕੋਲ V ਵੈਕਟਰ ਗਿਵਨ ਹੈ 1 7 -4 and alpha 1 V1 vector है 1 -3 2 plus alpha 2 V2 vector है 2 -1 1। अल्फा 1 अंदर मल्टीप्लाई हो गया, अल्फा 1 -3 अल्फा 1 माइनस 2 अल्फा 1 प्लस 2 अल्फा 2 माइनस ਦੇ अल्फा 2 अल्फा 2। ਇਹ ਵਾਲੇ ਦੇ ਵਿੱਚ ਤਾਂ ਕੁਛ ਇਹਦੀ ਸਿੰਪਲੀਫਿਕੇਸ਼ਨ ਕਰਨ ਦੀ ਲੋੜ ਨਹੀਂ, ਐਜ਼ ਇਟ ਇਜ਼ ਚੱਲਦਾ ਰਹੇਗਾ। ਹੁਣ ਇਹਦੇ ਵਿੱਚ ਦੇਖੋ ਦੋ ਵੈਕਟਰਸ ਦੀ ਐਡੀਸ਼ਨ ਆ ਤਾਂ ਐਡੀਸ਼ਨ ਕਰਾਂਗੇ ਇੱਥੇ ਅਲਫਾ 1 ਪਲਸ ਕੋਰਸਪੋਂਡਿੰਗ ਪੋਜੀਸ਼ਨਸ ਤੇ ਐਲੀਮੈਂਟਸ ਨੂੰ ਐਡ ਕਰ ਦਾਂਗੇ। -3 ਅਲਫਾ 1 ਮਾਈਨਸ ਅਲਫਾ 2 2 ਅਲਫਾ 1 ਪਲਸ ਅਲਫਾ 2। ਇਧਰ ਵੀ ਇੱਕ ਵੈਕਟਰ ਆ ਗਿਆ ਤੇ ਇਧਰ ਵੀ ਇੱਕ ਵੈਕਟਰ, ਦੋ ਵੈਕਟਰ ਇਕੁਅਲ ਨੇ ਤਾਂ ਇਕੁਐਲਿਟੀ ਆਫ ਵੈਕਟਰਸ ਦੇ ਅਕੋਰਡਿੰਗ corresponding positions ਨੂੰ equal ਲਿਖਾਂਗੇ। that means alpha 1 plus 2 alpha 2 is equal to 1 and -3 alpha 1 minus alpha 2 is equal to 7। 2 alpha 1 plus alpha 2 is equal to -4।
ਤੇ ਤਿੰਨ ਇਕੁਏਸ਼ਨਸ ਆ ਗਈਆਂ ਸਾਡੇ ਕੋਲ, ਦੋ ਵੇਰੀਏਬਲ ਆ, ਤੇ ਕਿਸੇ ਵੀ ਦੋ ਇਕੁਏਸ਼ਨਸ ਨੂੰ ਤੁਸੀਂ ਯੂਜ਼ ਕਰਕੇ ਉਹਨੂੰ ਸੋਲਵ ਕਰਕੇ ਅਲਫਾ 1 ਤੇ ਅਲਫਾ 2 ਦੀਆਂ ਵੈਲਿਊਜ਼ ਫਾਈਂਡ ਕਰਨੀਆਂ ਨੇ। ਇਹ ਤਿੰਨ ਇਕੁਏਸ਼ਨਸ ਆਈਆਂ ਤੇ ਅਸੀਂ ਲਾਸਟ ਦੋ ਇਕੁਏਸ਼ਨਸ ਨੂੰ ਯੂਜ਼ ਕਰਕੇ ਅਲਫਾ 1 ਤੇ ਅਲਫਾ 2 ਫਾਈਂਡ ਕਰ ਲੈਣੇ। ਇਹਨੂੰ ਫਰਸਟ ਇਕੁਏਸ਼ਨ, ਸੈਕੰਡ ਇਕੁਏਸ਼ਨ, ਥਰਡ ਇਕੁਏਸ਼ਨ ਮਾਰਕ ਕਰ ਲਿਆ। ਸੈਕੰਡ ਤੇ ਥਰਡ ਇਕੁਏਸ਼ਨ ਨੂੰ ਯੂਜ਼ ਕਰਾਂਗੇ। 3 alpha 1 minus alpha 2 is equal to 7, 2 alpha 1 plus alpha 2 is equal to minus 4. alpha 1 alpha 2 ਇਹਦੇ ਵਿੱਚ ਨੈਗੇਟਿਵ ਹੈ, ਇਹਦੇ ਵਿੱਚ ਪੋਜ਼ਿਟਿਵ ਆ, ਤੇ ਐਡਿੰਗ ਕਰਤੇ ਦੋਨਾਂ ਇਕੁਏਸ਼ਨਸ ਨੂੰ ਇਹ ਕੈਂਸਲ ਹੋ ਜਾਣਗੇ ਤੇ ਇਹ ਬਣ ਜਾਣਾ 3 alpha 1 plus 2 alpha 1 is equal to 7 minus 4. ਇਹ ਆ ਗਿਆ ਮਾਈਨਸ ਤੇ ਅਲਫਾ 1 is equal to 3. that means ਅਲਫਾ 1 ਦੀ ਵੈਲਿਊ ਆ ਗਈ ਆ -3. ਇਹਨੂੰ ਇਹਨਾਂ ਸੈਕਿੰਡ ਤੇ ਥਰਡ ਇਕੁਏਸ਼ਨ ਚੋਂ ਜਿਹਦੇ ਵਿੱਚ ਮਰਜ਼ੀ ਪੁੱਟ ਕਰਕੇ ਤੁਸੀਂ ਅਲਫਾ 2 ਦੀ ਵੈਲਿਊ ਫਾਈਂਡ ਕਰ ਸਕਦੇ ਆ। ਫਰੋਮ 2 ਸੈਕਿੰਡ ਇਕੁਏਸ਼ਨ ਲਈ ਆ 3 alpha 1 minus alpha 2 is equal to 7. ਅਲਫਾ 1 ਦੀ ਵੈਲਿਊ ਆਈ ਹੈ -3, ਤਾਂ ਅਲਫਾ 1 ਦੀ ਥਾਂ ਤੇ -3 ਪੁੱਟ ਕਰਾਂਗੇ। -3 ਆ ਗਿਆ ਪਲੱਸ ਤੇ 9, ਦੂਜੇ ਪਾਸੇ ਜਾ ਕੇ ਮਾਈਨਸ ਤੇ 9, 7 minus 9 -2, ਮਾਈਨਸ ਕੈਂਸਲ ਹੋ ਕੇ ਅਲਫਾ 2 ਦੀ ਵੈਲਿਊ ਆ ਗਈ ਆ 2। ਅਲਫਾ 1 ਦੀ ਵੈਲਿਊ ਵੀ ਆ ਗਈ ਆ, ਅਲਫਾ 2 ਦੀ ਵੈਲਿਊ ਆ ਗਈ ਆ। ਤਾਂ ਸਾਡੇ ਕੋਲ ਫਰਸਟ ਇਕੁਏਸ਼ਨ ਦੇ ਵਿੱਚ ਇਹ ਪੁੱਟ ਕਰਕੇ ਦੇਖ ਲੈਂਦੇ ਆ ਕਿ ਇਹਨੂੰ ਸੈਟੀਸਫਾਈ ਕਰੇਗੀ ਕਿ ਨਹੀਂ। ਅਲਫਾ 1 ਦੀ ਥਾਂ ਤੇ ਅਲਫਾ 1 ਦੀ ਵੈਲਿਊ ਪੁੱਟ ਕੀਤੀ, +2 ਅਲਫਾ 2 ਦੀ ਵੈਲਿਊ ਹੈ ਸਾਡੇ ਕੋਲ 2 is equal to 1, -3 + 4 is equal to 1, ਤੇ ਇਹਨੂੰ ਸੋਲਵ ਕਰਕੇ ਆ ਗਿਆ 1, this is also 1. that means ਕਿ ਅਲਫਾ 1 ਤੇ ਅਲਫਾ 2 ਦੀਆਂ ਜੋ ਵੈਲਿਊਜ਼ ਅਸੀਂ ਫਾਈਂਡ ਕੀਤੀਆਂ ਤਾਂ ਉਹ ਇਹਨੂੰ ਸੈਟੀਸਫਾਈ ਕਰ ਰਹੀਆਂ ਨੇ। ਤਾਂ ਸਾਡੇ ਕੋਲ ਸਕੇਲਰਸ ਦੀਆਂ ਵੈਲਿਊਜ਼ ਆ ਗਈਆਂ, ਤਾਂ ਅਸੀਂ ਉਸ ਫਸਟ ਇਕੁਏਸ਼ਨ 'ਚ ਪੁੱਟ ਕਰਾਂਗੇ ਜੋ ਅਸੀਂ ਸਟਾਰਟਿੰਗ ਤੇ ਲੈਟ ਕੀਤੀ ਸੀ, v is equal to ਅਲਫਾ 1 v1 plus ਅਲਫਾ 2 v2। ਤਾਂ ਅਲਫਾ 1 ਦੀ ਵੈਲਿਊ ਆਈ ਹੈ ਸਾਡੇ ਕੋਲ -3 v1 plus ਅਲਫਾ 2 v2। ਅਲਫਾ 2 ਦੀ ਥਾਂ ਤੇ ਅਲਫਾ 2 ਦੀ ਵੈਲਿਊ 2, ਇਹ ਸਾਡੇ ਕੋਲ ਆਨਸਰ ਆ ਗਿਆ। ਸੋ v can be written as a linear combination of v1 and v2। ਤੇ ਸਾਡੇ ਕੋਲ ਸਕੇਲਰਸ ਕੀ ਆਏ ਆ, ਅਲਫਾ 1 ਤੇ ਅਲਫਾ 2 ਅਸੀਂ ਇਹਦੇ ਵਿੱਚ ਫਾਈਂਡ ਕੀਤੇ ਸੀਗੇ। ਆਈ ਹੋਪ ਤੁਹਾਨੂੰ ਇਹ ਸਭ ਸਮਝ ਆਇਆ ਹੋਏਗਾ। ਥੈਂਕ ਯੂ ਵੈਰੀ ਮਚ।